Now we were on page number 175 and we had finished with the first paragraph on this page. Now let us start with the second paragraph. So in the previous, in this paragraph here in India, he was speaking about the lack of funds, which is a problem for the Indian filmmaker. ਤੇ ਸੋ ਸੈਕੰਡ ਪੈਰਾਗ੍ਰਾਫ ਚ ਹੁਣ ਜਿਹੜਾ ਅਸੀਂ ਕਰਨ ਲੱਗੇ ਆ ਸਪੀਕਿੰਗ ਆਫ ਮਾਈਸੈਲਫ, ਇਹਦੇ ਵਿੱਚ ਵੀ ਇਹੀ ਗੱਲ ਉਹ ਕਰ ਰਿਹਾ। ਇਹਨੂੰ ਕੀ ਕਹਿੰਦਾ ਕਿ ਸਪੀਕਿੰਗ ਆਫ ਮਾਈਸੈਲਫ, ਕਿ ਜੇ ਮੈਂ ਆਪਣੀ ਗੱਲ ਕਰਾਂ ਤਾਂ ਹੁਣ ਮੇਰੇ ਥੋੜੇ ਜਿਹੇ ਹਾਲਾਤ ਜਿਹੜੇ ਆ ਪੈਸੇ ਵੱਲੋਂ ਸੌਖੇ ਆ, ਪਰ ਉਹ ਕਹਿੰਦਾ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹ ਸਮਝੋ ਕਿ ਮੇਰੇ ਕੋਲ ਹੁਣ ਬਹੁਤ ਜ਼ਿਆਦਾ ਪੈਸਾ ਹੈ ਤੇ ਮੈਨੂੰ ਪੈਸੇ ਦੀ ਪਰਵਾਹ ਨਹੀਂ ਹੈ। ਸੋ ਕਹਿੰਦਾ ਇੱਦਾਂ ਨਹੀਂ ਹੈ। ਸੋ ਫਿਰ ਹੁਣ ਇਹਦੀ ਹੀ ਦੇਖੋ ਤੁਸੀਂ ਛੋਟੇ ਜਿਹੇ ਪੈਰਾਗ੍ਰਾਫ ਦੀ ਹੀ ਨੀਚੋਂ ਦੀ ਤੁਸੀਂ fourth line देखो, we here are beset with a very special set of problems indigenous to the place and arising out of the special codes that guide our lives and shape our destinies. So ਕੀ ਕਹਿੰਦਾ ਕਿ we here ਦਾ ਮਤਲਬ ਕੀ ਹੈ ਕਿ ਇੰਡੀਆ ਵਿੱਚ ਅਸੀਂ ਜਿਹੜੇ ਫਿਲਮ ਮੇਕਰਸ ਹਾਂ, ਸਾਡੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਖਾਸ ਇੰਡੀਆ ਵਿੱਚ ਹੀ ਪਾਈਆਂ ਜਾਂਦੀਆਂ। ਠੀਕ ਹੈ, ਇੰਡੀਜਨਸ ਦਾ ਮਤਲਬ ਕੀ ਹੁੰਦਾ? ਦੇਸੀ, ਮਤਲਬ ਕਿ ਜਿਹੜੀਆਂ ਇੱਥੇ ਹੀ ਪਾਈਆਂ ਜਾਂਦੀਆਂ। ਸੋ ਕਦੇ ਉਹ ਕਿਉਂ ਪ੍ਰੋਬਲਮਸ ਆ ਰਹੀਆਂ ਹੈਗੀਆਂ ਇੰਡੀਅਨ ਫਿਲਮ ਮੇਕਰਸ ਨੂੰ? ਬਿਕੋਜ਼ ਇੱਕ ਤਾਂ ਉਹਨੇ ਕੀ ਗੱਲ ਕੀਤੀ ਹੈ ਕਿ ਪੈਸੇ ਦੀ ਕਮੀ ਹੈ। ਇੰਡੀਆ ਇਜ਼ ਨੋਟ ਅ ਵੈਰੀ ਐਫਲੂਐਂਟ ਕੰਟਰੀ, ਨੋਟ ਅ ਵੈਰੀ ਰਿਚ ਕੰਟਰੀ। ਔਰ ਦੂਸਰੀ ਅੱਗੇ ਵੀ ਉਹ ਜਾ ਕੇ ਜਿੱਦਾਂ ਦੱਸੇਗਾ ਕਿ ਜਿਹੜਾ ਇੰਡੀਅਨ ਸਟਾਈਲ ਆਫ ਲਿਵਿੰਗ ਹੈ, ਜਿਹੜਾ ਸਾਡਾ ਸੋਚ ਦਾ ਤਰੀਕਾ ਹੈਗਾ, ਉਹਦੇ ਕਰਕੇ ਵੀ ਇੰਡੀਅਨ ਫਿਲਮ ਮੇਕਰਸ ਨੂੰ ਜਿਹੜੀਆਂ ਪ੍ਰੋਬਲਮਸ ਖੜੀਆਂ ਹੁੰਦੀਆਂ। ਵੀ ਹੈਵ ਅ particular style of living. So as we proceed, you will be able to understand this. I hope things are clear up till this point. This is an easy chapter. So देखो इन्हों हुन अगला पैरा देखो. Let us begin at the beginning. How do we get about making a film? So कहंदा कि हुन इहदे विचों किहदी गल करेगा? Let us begin at the beginning. So शुरू करन लगा है कि जदों कोई फिल्म मेकर फिल्म बनांदा है, सो सब तो पहला जिहड़ा स्टैप हुंदा है वो काहदा हुंदा है? स्टोरी दा। दैट ही हैज़ टू सिलेक्ट अ स्टोरी फॉर हिज फिल्म। सो कहंदा इत्थे ही प्रॉब्लम खड़ी हो जाती है इंडियन फिल्म मेकर वास्ते, क्योंकि बाहरली कंट्री दे विच एफ्लुएंस बहुत है, पैसा बहुत है, उत्थों दे फिल्म मेकर्स नूं बहुता नहीं सोचना पैंदा। पर इत्थे की कहंदा कि इत्थे सो देखो इन्हों, लेट अस बिगिन एट द बिगनिंग। हाउ डू वी गेट अबाउट मेकिंग अ फिल्म? वॉट इज़ द फर्स्ट स्टैप? सो पहला स्टैप हुंदा ही की है? टू फाइंड अ स्टोरी, ऑफ कोर्स अ प्रॉपर्टी एज दे से। सो हर फिल्म मेकिंग, हर फिल्म दे विच बनाउण दे विच पहला स्टैप की हुंदा है? टू फाइंड अ स्टोरी। सो ये स्टोरी कौन फाइंड करता है? द डायरैक्टर फाइंड्स इट, जिन्हें बनानी हुंदी है फिल्म। सो उन्हें आम तौर पर ਉਹਦੇ ਵਿੱਚ ਦੋ ਉਹਦੇ ਕਾਰਨ ਹੁੰਦੇ ਜਿਹਦੇ ਕਰਕੇ ਕਿ ਉਹ ਇੱਕ ਖਾਸ ਸਟੋਰੀ ਨੂੰ ਚੂਜ਼ ਕਰਦਾ ਹੈ। ਔਰ ਉਹ ਕਿਹੜੇ ਹੁੰਦੇ? ਇਜ਼ ਐਫਿਨਿਟੀ ਵਿਦ ਦ ਥੀਮ ਆਫ ਦ ਸਟੋਰੀ, ਕਿ ਜਿਹੜੀ ਕੋਈ ਸਟੋਰੀ ਉਹਦੇ ਮਨ ਨੂੰ ਅੱਛੀ ਲੱਗੇ, ਉਹਨੂੰ ਲੱਗੇ ਕਿ ਇਟ ਇਜ਼ ਕਲੋਜ਼ ਟੂ ਮੀ। ਹਿਜ਼ ਐਫਿਨਿਟੀ ਮੀਨਸ ਕਲੋਜ਼ਨੈਸ। ਹਿਜ਼ ਬਲੀਫ ਦੈਟ ਦ ਸਟੋਰੀ ਵੁੱਡ ਮੇਕ ਅ ਗੁੱਡ ਫਿਲਮ। ਔਰ ਦੂਸਰਾ, ਕਿਉਂ ਕਿਸੇ ਕਹਾਣੀ ਨੂੰ ਪਹਿਲਾਂ ਤਾਂ ਉਹਦੇ ਮਨ ਦੇ ਨੇੜੇ ਹੋਵੇ ਉਹ ਕਹਾਣੀ, ਉਹ ਚੁਣਦਾ ਆਪਣੀ ਫਿਲਮ ਬਣਾਉਣ ਵਾਸਤੇ। ਤੇ ਦੂਜਾ ਕੀ ਹੈ ਕਿ ਇੱਕ ਉਹ ਕਿਹੜਾ ਕੀ ਦੇਖਦਾ ਹੈਗਾ ਕਿ ਕੀ ਇਸ ਸਟੋਰੀ ਨੂੰ ਫਿਲਮ ਦੇ ਵਿੱਚ ਬਦਲਿਆ ਵੀ ਜਾ ਸਕਦਾ। ਸੋ ਇਹ ਦੋ ਮੇਨ ਕ੍ਰਾਈਟੀਰੀਆ ਹੁੰਦੇ ਹੈ ਜਿਹੜਾ ਜਦੋਂ ਕੋਈ ਵੀ ਡਾਇਰੈਕਟਰ ਆਪਣੀ ਫਿਲਮ ਵਾਸਤੇ ਕਹਾਣੀ ਲੱਭਦਾ ਹੈ। ਪਰ ਉਹ ਕੀ ਕਹਿੰਦਾ ਕਿ ਇੰਡੀਆ ਦੇ ਵਿੱਚ ਕੀ ਪ੍ਰੋਬਲਮ ਹੈ? ਦੇਖੋ ਕਿ ਇੰਡੀਆ ਦੇ ਵਿੱਚ ਉਹਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਕੀ ਇਹ ਫਿਲਮ ਚੱਲੇਗੀ ਵੀ। ਸੋ ਵਿਲ ਦਿਸ ਫਿਲਮ ਅਟਰੈਕਟ ਆਡੀਅੰਸ? ਸੋ ਉਹਨੂੰ ਇਹ ਦੇਖਣਾ ਪੈਂਦਾ ਹੈ ਕਲੀਅਰ, ਕਿਉਂਕਿ ਬਾਹਰਲੀਆਂ ਕੰਟਰੀਜ਼ ਦੇ ਵਿੱਚ ਸਪੋਜ਼ ਇੱਕ ਫਿਲਮ ਮੇਕਰ ਨੇ ਬੜੀ ਆਪਣੇ ਮਨ ਦੀ ਫਿਲਮ ਬਣਾਈ, ਨਹੀਂ ਵੀ ਆਏ ਲੋਕ, ਫਿਲਮ ਫਲॉप ਹੋ ਗਈ, ਈਵਨ ਦੈਨ ਇਟ ਡਜ਼ ਨਾਟ ਮੇਕ ਐਨੀ ਡਿਫਰੈਂਸ। ਪਰ ਉਹ ਕੀ ਕਹਿ ਰਿਹਾ ਇੱਥੇ ਕਿ ਇੰਡੀਆ ਦੇ ਵਿੱਚ ਕੀ ਪ੍ਰੋਬਲਮ ਹੈ ਕਿ ਇਫ ਅ ਫਿਲਮ ਫਲॉप्स, ਜੇ ਇੱਕ ਫਿਲਮ ਜਿਹੜੀ ਆ ਉਹ ਫੇਲ ਹੋ ਗਈ ਬਾਕਸ ਆਫਿਸ 'ਤੇ, ਤਾਂ ਫਿਰ ਕੀ ਹੋਏਗਾ? ਫਿਰ ਜਿਹੜਾ ਸਾਰੇ ਜਿੰਨੇ ਵੀ ਪ੍ਰੋਡਿਊਸਰਸ ਹੈ ਜਿਹੜੇ ਪੈਸਾ ਲਗਾਉਣ ਵਾਲੇ ਹੈ ਫਿਲਮ ਦੇ ਵਿੱਚ,
ਉਹ ਫਿਰ ਪਿੱਛੇ ਹੋ ਜਾਂਦੇ ਹੈ। ਉਹ ਉਸ ਫਿਲਮ ਡਾਇਰੈਕਟਰ ਦੀ ਅਗਲੀ ਫਿਲਮ ਦੇ ਵਿੱਚ ਪੈਸਾ ਲਗਾਉਣਾ ਪਸੰਦ ਨਹੀਂ ਕਰਦੇ। ਕਿਉਂ? ਕਿਉਂਕਿ ਇੱਥੇ ਕੀ ਹੈਗੀ ਹੈ, ਇੱਥੇ ਲੈਕ ਆਫ ਫੰਡਸ ਹੈ। ਸੋ ਇਹ ਨਹੀਂ ਦੇਖਦੇ ਜਿੱਦਾਂ ਬਾਹਰਲੀ ਕੰਟਰੀਜ਼ ਦੇ ਵਿੱਚ ਇਫ ਫਿਲਮ ਫੇਲਸ ਟੂ ਮੇਕ ਇਟ ਬਿਗ ਐਟ ਦ ਬਾਕਸ ਆਫਿਸ, ਤਾਂ ਫਿਰ ਵੀ ਜਿਹੜੇ ਫਿਲਮ ਜਿਹੜੇ ਪ੍ਰੋਡਿਊਸਰਸ ਹੈਗੇ ਆ ਦੇ ਡੂ ਨਾਟ ਲੂਜ਼ ਫੇਥ ਇਨ ਦੈਟ ਫਿਲਮ ਡਾਇਰੈਕਟਰ। ਸੋ ਫਿਰ ਵੀ ਉਹਨੂੰ ਅਗਲੀ ਫਿਲਮ ਵਾਸਤੇ ਪੈਸੇ ਦੇ ਦਿੰਦੇ। ਪਰ ਇੱਥੇ ਇੰਡੀਆ ਦੇ ਵਿੱਚ ਕੀ ਪ੍ਰੋਬਲਮ ਹੈ, ਉਹ ਕੀ ਕਹਿੰਦਾ ਹੈ ਕਿ ਜਿਸ ਤਰ੍ਹਾਂ ਹੀ ਜੇ ਇੱਕ ਫਿਲਮ ਤੁਹਾਡੀ ਫੇਲ ਹੋ ਜਾਂਦੀ ਹੈ ਡਾਇਰੈਕਟਰ ਦੀ, ਤਾਂ ਫਿਰ ਅਗਲੀ ਵਾਰੀ ਉਹਨੂੰ ਫਿਲਮ ਬਣਾਉਣ ਵਾਸਤੇ ਉਹਨੂੰ ਪੈਸਾ ਨਹੀਂ ਮਿਲਦਾ ਫਿਲਮ ਪ੍ਰੋਡਿਊਸਰਸ ਵੱਲੋਂ, ਕਿਉਂਕਿ ਇੰਨੀ ਅਮੀਰੀ ਨਹੀਂ ਹੈ ਕਿ ਘਾਟੇ ਖਾਈ ਜਾਣੋ। ਸੋ ਕਹਿੰਦਾ ਕਿ ਇਹ ਸਾਡਾ ਇੱਥੇ ਫਰਕ ਆ ਜਾਂਦਾ। ਸੋ ਇਸ ਕਰਕੇ ਕੀ ਕਹਿੰਦਾ ਕਿ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਦਰਸ਼ਕਾਂ ਨੂੰ ਕਿਹੜੀ ਫਿਲਮ ਪਸੰਦ ਆਊਗੀ, ਜਿਹਦੇ ਕਰਕੇ ਕਿ ਫਿਲਮ ਚੱਲੇ ਵੀ, ਅਤੇ ਫਿਰ ਤਾਂ ਕਿ ਜਿਹੜੇ ਫਿਲਮ ਪ੍ਰੋਡਿਊਸਰਸ ਆ ਉਹ ਸਾਨੂੰ ਅਗਲੀ ਫਿਲਮ ਵਾਸਤੇ ਵੀ ਪੈਸੇ ਦੇਣ। ਸੋ ਇਸ ਔਰ ਕਹਿੰਦਾ ਕਿ ਜੇ ਤੁਸੀਂ ਇੱਦਾਂ ਨਹੀਂ ਕਰੋਗੇ ਤਾਂ ਹੁਣ ਦੇਖੋ ਇਹਦਾ ਪੇਜ ਨੰਬਰ 176 ਅਤੇ ਜਿਹੜਾ ਆਹ ਵਾਲਾ ਪੈਰਾ ਇਟ ਮੀਨਸ ਵਾਲਾ ਇਹਦੀਆਂ ਲਾਸਟ ਲਾਈਨਾਂ ਦੇਖੋ 2, ਕਿ ਜੇ ਤੁਸੀਂ ਇੱਦਾਂ ਨਹੀਂ ਕਰੋਗੇ, ਜੇ ਤੁਸੀਂ ਸਪੋਜ਼ ਦਰਸ਼ਕਾਂ ਨੂੰ ਧਿਆਨ 'ਚ ਰੱਖ ਕੇ ਫਿਲਮ ਨਹੀਂ ਬਣਾਓਗੇ, ਫਿਰ ਕੀ ਹੋਊਗਾ? You have to be content with the minority public, which in turn means that you have to have a tight rein on your budget. So ਫਿਰ ਕਹਿੰਦਾ ਫਿਰ ਵੀ ਫਿਲਮ ਤਾਂ ਬਣਾਓਗੇ, ਪਰ ਫਿਰ ਤੁਹਾਨੂੰ ਕਾਹਦੇ ਨਾਲ ਸੰਤੁਸ਼ਟ ਹੋਣਾ ਪਏਗਾ ਕਿ ਜੇ ਤੁਸੀਂ ਆਪਣੇ ਮਨ ਦੀ ਹੀ ਫਿਲਮ ਬਣਾਓਗੇ ਅਤੇ ਦਰਸ਼ਕਾਂ ਨੂੰ ਦਿਮਾਗ 'ਚ ਨਹੀਂ ਰੱਖੋਗੇ, ਫਿਰ ਕੀ ਹੋਊਗਾ? ਫਿਰ ਤੁਸੀਂ ਕੋਈ ਪ੍ਰੋਡਿਊਸਰ ਹੋਊਗਾ ਜਿਹੜੇ ਥੋੜ੍ਹੇ ਜਿਹੇ ਪੈਸੇ ਲਗਾਊਗਾ ਤੁਹਾਡੀ ਫਿਲਮ ਦੇ ਵਿੱਚ, ਔਰ ਤੁਹਾਨੂੰ ਕਿਹੜੀ ਗੱਲ ਤੋਂ ਸੰਤੁਸ਼ਟ ਹੋ ਕੇ ਚੱਲਣਾ ਪਏਗਾ ਕਿ ਮੇਰੀ ਫਿਲਮ ਨੂੰ ਦੇਖਣ ਵੀ ਘੱਟ ਲੋਕੀ ਆਣੇ, ਕਿਉਂਕਿ ਮੈਂ ਤਾਂ ਆਪਣੇ ਮਨ ਦੀ ਫਿਲਮ ਬਣਾਈ ਹੈ, ਮੈਂ ਆਡੀਅנਸ ਦਾ ਧਿਆਨ ਨਹੀਂ ਰੱਖਿਆ। ਔਰ ਦੂਸਰੀ ਗੱਲ ਕਿ ਤੁਹਾਨੂੰ ਆਪਣੀ ਫਿਲਮ ਬਣਾਉਂਦੇ ਹੋਏ ਆਪਣੇ ਬਜਟ ਦੇ ਉੱਪਰ ਵੀ ਬਹੁਤ ਲਗਾਮ ਕੱਸ ਕੇ ਰੱਖਣੀ ਪਊਗੀ। ਇਸ ਉਹਨੇ ਇਹ ਵਾਲੀ ਆਈ ਹੋਪ ਦਿਸ ਪੈਰਾਗ੍ਰਾਫ ਇਜ਼ ਕਲੀਅਰ ਟੂ ਯੂ। ਇਹਦੇ ਵਿੱਚ ਉਹਨੇ ਐਵਾਂਟ ਗਾਰਡਿਜ਼ਮ ਦੀ ਵੀ ਗੱਲ ਕੀਤੀ ਹੈ। ਐਵਾਂਟ ਗਾਰਡਿਜ਼ਮ ਦਾ ਮਤਲਬ ਇਹ ਕੀ ਹੈ? ਨਵੇਂ ਢੰਗ ਨਾਲ ਕੋਈ ਚੀਜ਼ ਪੇਸ਼ ਕਰਨੀ, ਜਿਹੜੀ ਕਿ ਤੁਹਾਨੂੰ ਪਤਾ ਹੈਗਾ ਪੂਰੀ ਤਰ੍ਹਾਂ ਪਤਾ ਨਹੀਂ ਹੈ ਕਿ ਉਹ ਦਰਸ਼ਕਾਂ ਨੂੰ ਪਸੰਦ ਆਏਗੀ ਕਿ ਨਹੀਂ। ਔਰ ਉਹਨੇ ਕੀ ਕਿਹਾ ਕਿ ਇੱਥੇ ਅਸੀਂ ਆਪਣੀ ਜਿਹੜੇ ਦਰਸ਼ਕ ਹੈ ਇੰਨੀ ਮਨਆਈ ਕਿਉਂ ਨਹੀਂ ਕਰ ਸਕਦੇ, ਕਿਉਂਕਿ ਪੈਸੇ ਦਾ ਸਵਾਲ ਆ ਜਾਂਦਾ। ਜੇ ਅਸੀਂ ਆਪਣੇ ਮਨ ਦੇ ਪਿੱਛੇ ਚੱਲ ਕੇ ਫਿਲਮ ਬਣਾਵਾਂਗੇ ਅਤੇ ਘੱਟ ਲੋਕੀ ਦੇਖਣ ਆਉਣਗੇ ਅਗਲੀ ਵਾਰੀ, nobody will give us any money. So now let us continue with odds against us. This is my 4th lecture in the series. So in the previous paragraph he had talked about the problem of the lack of funds that the Indian filmmaker faces. ਉਹਨੇ ਹੁਣ ਇਹਦੇ ਵਿੱਚ ਸ਼ੁਰੂ ਹੀ ਉਹਨੇ ਕੀ ਕੀਤਾ ਦੇਖੋ, balancing the budget, tricky as it is unfortunately not the only problem that the serious filmmaker faces. ਸੋ ਇਸ ਤੋਂ ਪਹਿਲਾਂ ਅਸੀਂ ਕੀ ਕਰਕੇ ਹਟੇ ਸੀ ਕਿ ਆਪਣੇ ਮਨ ਦੀ ਮਰਜ਼ੀ ਨਹੀਂ ਕਰ ਸਕਦਾ ਜਿਹੜਾ ਫਿਲਮ ਮੇਕਰ ਹੁੰਦਾ, ਬਿਕੋਜ਼ ਇਫ even one of his films flops, then what will happen? Then then the producers will lose faith in him and they will not back up his film, and then naturally he won't be able to make any more films. So ਹੁਣ ਇਹਨੂੰ ਦੇਖੋ ਕਿ ਇਹ ਕੀ ਕਹਿੰਦਾ। ਹੁਣ ਅਗਲੇ ਪੈਰੇ 'ਚ ਅਗਲੀ ਪ੍ਰੋਬਲਮ ਦੀ ਗੱਲ ਕਰ ਰਿਹਾ, ਕਿਉਂਕਿ ਇਹਦੇ ਵਿੱਚ ਸਾਰੇ ਵਿੱਚ ਉਹਨੇ ਕੀ ਕਰਨਾ, ਉਹਨੇ ਹੀ ਇਜ਼ ਟਾਕਿੰਗ ਅਬਾਊਟ ਦ ਪ੍ਰੋਬਲਮਸ ਦੈਟ ਆਰ ਫੇਸਡ ਓਨਲੀ ਬਾਏ ਦ ਫਿਲਮ ਮੇਕਰਸ ਆਫ ਇੰਡੀਆ। ਸੋ ਇਹਦੇ ਵਿੱਚੋਂ ਕੀ ਕਹਿੰਦਾ ਕਿ ਬੈਲੈਂਸਿੰਗ ਦ ਬਜਟ, ਕਿ ਬਜਟ ਨੂੰ ਬੈਲੈਂਸ ਕਰਨਾ ਫਿਲਮ ਬਣਾਉਂਦੇ ਹੋਏ, ਕਿ ਜਿੰਨਾ ਕੁ ਹੈਗਾ ਉਨਾ ਹੀ ਖਰਚਾ ਕਰਨਾ। ਕਹਿੰਦਾ ਇਹ ਹੈ ਤਾਂ ਪ੍ਰੋਬਲਮ, ਪਰ ਉਹ ਕੀ ਕਹਿੰਦਾ ਕਿ ਇਹੀ ਇਕੱਲੀ ਪ੍ਰੋਬਲਮ ਨਹੀਂ ਹੈ, ਹੋਰ ਕਿਹੜੀ ਹੈ ਦੇਖੋ। In the choice of story itself, he is faced with limiting factors non-existent in other countries. ਕਹਿੰਦਾ ਜਦੋਂ ਕਹਾਣੀ ਚੁਣ ਰਿਹਾ ਹੁੰਦਾ ਤਾਂ ਉਦੋਂ ਹੀ ਉਹਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਜਿਹੜੀਆਂ ਕਿ ਬਾਕੀ ਕੰਟਰੀਜ਼ ਦੇ ਵਿੱਚ ਨਹੀਂ ਹੈ।
ਸੋ ਪਹਿਲੀ ਤਾਂ ਪ੍ਰੋਬਲਮ ਉਹ ਦੱਸ ਹੀ ਚੁੱਕਾ ਹੈ ਕਿ ਕਹਾਣੀ ਚੁਣਦੇ ਹੋਏ ਵੀ ਆਪਣੀ ਮਨ ਦੀ ਨਹੀਂ ਉਹ ਚੁਣ ਸਕਦਾ, ਉਹਨੂੰ ਇਹ ਵੀ ਦੇਖਣਾ ਪੈਂਦਾ ਕਿ ਨਾਲ ਆਡੀਅנס ਆਣਗੇ ਕਿ ਇਹ ਫਿਲਮ ਦੇਖਣ। ਹੁਣ ਅਗਲੀ ਜੋ ਕੀ ਕਹਿ ਰਿਹਾ ਹੈਗਾ ਦੇਖੋ ਕਿ ਅਗਲੀ ਪ੍ਰੋਬਲਮ ਕੀ ਹੈ। For instance, a full-bodied treatment of a story of physical passion, and such stories, great ones even, are not lacking in our literature, is unthinkable on the Indian screen. So ਕੀ ਕਹਿੰਦਾ ਕਿ physical closeness ਦੀ ਫਿਲਮ ਬਣਾਉਣਾ, ਕੀ ਕਹਿੰਦਾ ਕਿ ਸਾਡਾ ਜਿਹੜਾ ਸਾਹਿਤ ਹੈ ਇੰਡੀਆ ਦਾ ਜਿਹੜਾ ਲਿਟਰੇਚਰ ਹੈ ਇਹਦੇ ਵਿੱਚ ਵੀ ਕਈ ਬਹੁਤ ਹੀ ਵਧੀਆ ਲਿਟਰੇਚਰ ਹੈਗਾ, ਪਰ ਜਿਹਦੇ ਵਿੱਚ ਕਿ ਫਿਜ਼ੀਕਲ ਪੈਸ਼ਨ, ਫਿਜ਼ੀਕਲ ਕਲੋਜ਼ਨੈਸ ਕਪਲ ਦੀ ਦਿਖਾਈ ਜਾਂਦੀ ਹੈ, ਹੀਰੋ ਅਤੇ ਹੀਰੋਇਨ ਦੀ ਫਿਜ਼ੀਕਲ ਕਲੋਜ਼ਨੈਸ ਦਿਖਾਈ ਜਾਂਦੀ ਹੈ। ਉਹ ਕਹਿੰਦਾ ਕਿ ਅਸੀਂ ਇੱਥੇ ਇੱਦਾਂ ਦੀਆਂ ਫਿਲਮਾਂ ਨਹੀਂ ਬਣਾ ਸਕਦੇ, ਹਾਲੇ ਕਿ ਕਈ ਬਹੁਤ ਇੱਦਾਂ ਦੀਆਂ ਉਹ ਕਹਿੰਦਾ ਕਿ ਅੱਛੀਆਂ ਸਟੋਰੀਜ਼ ਹੈਗੀਆਂ ਸਾਡੇ ਲਿਟਰੇਚਰ 'ਚ, ਉਹ ਅਸੀਂ ਨਹੀਂ ਬਣਾ ਸਕਦੇ ਕਿਉਂਕਿ ਐਜ਼ ਵੀ ਆਲ ਨੋ ਸਾਡੀ ਜਿਹੜੀ ਸੋਚ ਹੈ ਉਹ ਕੀ ਹੈਗੀ ਹੈ ਕਿ ਵੀ ਥਿੰਕ ਵੀ ਰਿਲੇਟ physical closeness with something obscene, something bad, ਔਰ ਇਸ ਕਰਕੇ ਅਸੀਂ ਸਕਰੀਨ ਦੇ ਉੱਪਰ ਉਹਨੂੰ ਸਹੀ ਤਰ੍ਹਾਂ ਦੇ ਨਾਲ ਨਹੀਂ ਦੇਖਦੇ ਉਹਨੂੰ। ਦੇਖੋ ਇਹਨੂੰ ਹੁਣ ਫॉर ਇੰਸਟੈਂਸ ਉਹ ਕੀ ਕਹਿੰਦਾ ਇੱਥੇ ਦੇਖੋ, I used a shot of a couple kissing in Devi but did not venture beyond a long shot with the lovers silhouetted behind a mosquito netting. ਸੋ ਕਹਿੰਦਾ ਕਿ ਮੈਂ ਇੱਕ ਆਪਣੀ ਫਿਲਮ ਦੇਵੀ ਦੇ ਵਿੱਚ ਕਹਿੰਦਾ ਕਿ ਮੈਂ ਜ਼ਰੂਰ ਦਿਖਾਇਆ ਦੈਟ ਅ ਕਪਲ ਵਾਜ਼ ਕਿਸਿੰਗ, ਪਰ ਮੈਂ ਉਹ ਦੂਰੋਂ ਦੀ ਹੀ ਉਹਨਾਂ ਨੂੰ ਸ਼ੋਅ ਕੀਤਾ। ਅੱਗੇ ਉਹ ਰੀਜ਼ਨ ਦੱਸਦਾ, ਆਈ ਐਮ ਸ਼ੋਰ ਇਫ ਆਈ ਹੈਡ ਗੋਨ ਇਨ ਫॉर ਅ ਕਲੋਜ਼ ਅਪ ਐਂਡ ਲਿਟ ਦ ਐਕਸ਼ਨ ਮੋਰ ਕਲੀਅਰਲੀ, cat calls from the lower stalls would have ruined my delicate mood setting soundtrack of shrilling crickets and distant howling jackals. So ਕੀ ਕਹਿੰਦਾ ਕਿ ਮੈਂ ਜਾਣਬੁੱਝ ਕੇ ਉਹ ਸੀਨ ਦੇ ਵਿੱਚ ਲਾਈਟ ਵੀ ਬਹੁਤ ਮੱਧਮ ਰੱਖੀ ਔਰ ਦੂਰੋਂ ਦੀ ਉਹ ਸੀਨ ਸ਼ੂਟ ਕੀਤਾ। ਕਹਿੰਦਾ ਜੇ ਮੈਂ ਨੇੜੇ ਚਲਾ ਜਾਂਦਾ ਤਾਂ ਫਿਰ ਕੀ ਹੋਣਾ ਸੀ। ਮੈਨੂੰ ਪੱਕਾ ਪਤਾ ਕਿ ਜਦੋਂ ਫਿਲਮ ਥੀਏਟਰ ਵਿੱਚ ਦਿਖਾਈ ਜਾਣੀ ਸੀਗੀ ਤਾਂ ਲੋਕਾਂ ਨੇ ਸੀਟੀਆਂ ਮਾਰਨੀਆਂ ਸੀਗੀਆਂ, ਲੋਕਾਂ ਨੇ ਕੈਟ ਕਾਲਸ ਕਰਨੀਆਂ ਸੀਗੀਆਂ, ਗੱਲਾਂ ਬੁਰੇ ਰਿਮਾਰਕਸ ਦੇਣੇ ਸੀਗੇ, ਉੱਚੀ ਉੱਚੀ ਚੀਕਾਂ ਮਾਰਨੀਆਂ ਸੀ। ਔਰ ਕਹਿੰਦਾ ਕਿ ਉਹਦੇ ਨਾਲ ਕੀ ਹੋਣਾ ਸੀ, ਸੀਟੀਆਂ ਮਾਰਨੀਆਂ ਸੀ, ਉਹਦੇ ਨਾਲ ਕੀ ਹੋਣਾ ਸੀ ਕਿ ਮੇਰੀ ਸਾਰੀ ਉਸ ਸੀਨ ਦਾ ਸਤਿਆਨਾਸ਼ ਵੱਜ ਜਾਣਾ ਸੀ। ਕਿਉਂਕਿ ਉਹ ਕੀ ਕਹਿ ਰਿਹਾ ਕਿ ਇੰਡੀਅਨ ਆਡੀਅנס ਡੂ ਨਾਟ ਨੋ ਹਾਊ ਟੂ ਰਿਸੀਵ ਸਚ ਸੀਨਸ, ਕਿ ਕਈ ਵਾਰੀ ਕੀ ਹੁੰਦਾ ਕਿ ਉਹ ਸੀਨ ਨੂੰ ਅੰਡਰਸਟੈਂਡ ਕਰਨਾ ਹੁੰਦਾ ਹੈ, ਉਹ ਇੱਕ ਸਟੋਰੀ ਦਾ ਹਿੱਸਾ ਹੁੰਦਾ, ਪਰ ਜਿਹੜੇ ਇੰਡੀਅਨ ਆਡੀਅנס ਹੈ ਉਹ ਕੀ ਹੈ, ਉਹ ਸੀਟੀਆਂ ਮਾਰਨ ਲੱਗ ਪੈਂਦੇ, ਚੀਕਾਂ ਮਾਰਨ ਲੱਗ ਪੈਂਦੇ, ਜਿਹਦੇ ਨਾਲ ਕਿ ਉਹ ਕੀ ਕਹਿੰਦਾ ਕਿ ਮੇਰਾ ਸਾਰਾ ਸੀਨ ਹੀ ਖਰਾਬ ਹੋ ਜਾਣਾ ਸੀ। ਇਸ ਕਰਕੇ ਇਹਨੂੰ ਸਮਝਦੇ ਹੋਏ ਮੈਂ ਉਹਨੂੰ ਦੂਰੋਂ ਦੀ ਹੀ ਸ਼ੂਟ ਕੀਤਾ। ਸੋ ਕਹਿੰਦਾ ਇਹ ਪਹਿਲੀ ਪ੍ਰੋਬਲਮ ਹੈ ਕਿ ਅਸੀਂ ਫਿਜ਼ੀਕਲ ਕਲੋਜ਼ਨੈਸ ਵਾਲੇ ਸੀਨਸ ਔਰ ਉਹ ਵਾਲੀ ਸਟੋਰੀ ਅਸੀਂ ਨਹੀਂ ਦਿਖਾ ਸਕਦੇ। ਸੋ ਇਹ ਇਹਦੇ ਵਿੱਚ ਗੱਲ ਕਰ ਰਿਹਾ। ਨੈਕਸਟ ਹੁਣ ਦੇਖੋ, ਨੈਕਸਟ ਪੈਰਾ, ਲੈਟ ਅਸ ਨਾਓ ਸੀ ਹਾਊ ਫਾਰ ਵੀ ਕੈਨ ਗੋ ਵਿਦ ਅ ਪੋਲੀਟੀਕਲ ਥੀਮ ਹੀਅਰ। ਦੂਜੀ ਪ੍ਰੋਬਲਮ ਕੀ ਆਉਂਦੀ ਹੈ ਕਿ ਕਹਾਣੀ ਦੇ ਚੁਣਾਵ ਵੇਲੇ ਹੀ ਕਈ ਤਰ੍ਹਾਂ ਦੀ ਦਾਇਰੇ ਹੁੰਦੇ ਜਿਨ੍ਹਾਂ ਵਿੱਚ ਕਿ ਬੱਝ ਕੇ ਫਿਲਮ ਮੇਕਰ ਨੂੰ ਫਿਲਮ ਬਣਾਉਣੀ ਪੈਂਦੀ ਹੈ। ਅਗਲੀ ਪ੍ਰੋਬਲਮ ਕੀ ਹੈ ਕਿ ਅਸੀਂ ਪੋਲੀਟੀਕਲ ਥੀਮ ਲੈ ਸਕਦੇ ਹਾਂ ਜਦੋਂ ਜਿਹੜਾ ਫਿਲਮ ਮੇਕਰ ਹੈ, ਕੈਨ ਹੀ ਮੇਕ ਯੂਜ਼ ਆਫ ਅ ਪੋਲੀਟੀਕਲ ਥੀਮ, ਕੈਨ ਹੀ ਸ਼ੋ ਅ ਪੋਲੀਟੀਕਲ ਪਾਰਟੀ ਡੂਇੰਗ ਸਮਥਿੰਗ ਰੋਂਗ, ਕੀ ਉਹ ਇੱਦਾਂ ਦਿਖਾ ਸਕਦਾ। ਸੋ ਕੀ ਕਹਿੰਦਾ ਕਿ ਇੱਦਾਂ ਸਾਡੀ ਕੰਟਰੀ ਦੇ ਵਿੱਚ ਪੋਸੀਬਲ ਨਹੀਂ ਹੈ। ਸੋ ਦੇਖੋ ਇਹਨੂੰ, ਕੈਨ ਵੀ ਮੇਕ ਐਨ ਐਡਵਾਈਸ ਐਂਡ ਕੰਸੈਂਟ, ਅ ਡਾਕਟਰ ਸਟ੍ਰੇਂਜ ਲਵ, ਅ ਜਜਮੈਂਟ ਐਟ ਨੂਰਮਬਰਗ। ਸੋ ਇਹ ਸਾਰੀਆਂ ਬਾਹਰ ਦੀਆਂ ਫਿਲਮਾਂ ਜਿਨ੍ਹਾਂ ਵਿੱਚ ਕਿ ਥੀਮਸ ਕਿਹੜੀਆਂ ਲਈਆਂ ਗਈਆਂ ਸੀ, ਪੋਲੀਟੀਕਲ, ਪਰ ਕਹਿੰਦਾ ਕਿ ਸਾਡੀ ਕੰਟਰੀ ਦੇ ਵਿੱਚ ਪੋਸੀਬਲ ਨਹੀਂ ਹੈ ਕਿਉਂਕਿ ਲੋਕ ਰੌਲਾ ਪਾ ਦਿੰਦੇ ਆ। ਦੇਖੋ ਇਹਨੂੰ, ਕੈਨ ਵੀ ਸ਼ੋ ਅ ਕਰਪਟ ਕਾਂਗਰਸਮੈਨ। ਸੋ ਕਹਿੰਦਾ ਕਿ ਇੱਥੇ ਤਾਂ ਸੋ ਉਦੋਂ ਜਦੋਂ ਇਹਨੇ ਇਹ ਐਸੇ ਲਿਖਿਆ ਉਦੋਂ ਨੈਚੁਰਲੀ ਉਦੋਂ ਇੰਡੀਆ ਦੇ ਵਿੱਚ ਸੱਤਾਧਾਰੀ ਪਾਰਟੀ ਕਿਹੜੀ ਸੀਗੀ, ਕਾਂਗਰਸ। ਸੋ ਕਹਿੰਦਾ ਕਿ ਜਿੱਦਾਂ ਹੁਣ ਮੈਂ ਇੱਥੇ ਕੋਈ ਆਪਣੀ ਫਿਲਮ ਦੇ ਵਿੱਚ ਮੈਂ ਕੋਈ ਭ੍ਰਸ਼ਟਾਚਾਰ, ਕੋਈ ਭ੍ਰਸ਼ਟ ਮੈਂ ਕਾਂਗਰਸ ਦਾ ਵਰਕਰ ਨਹੀਂ ਦਿਖਾ ਸਕਦਾ। ਸੋ ਹੁਣ ਅੱਜ ਆਪਾਂ ਕੀ ਕਹਾਂਗੇ ਕਿ ਫਿਲਮ ਦੇ ਵਿੱਚ ਬੀਜੇਪੀ ਦਾ ਕੋਈ ਭ੍ਰਸ਼ਟ ਵਿਅਕਤੀ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ
ਜਿਹੜੀ ਫਿਰ ਸਰਕਾਰ ਹੈ ਉਹ ਇਸ ਗੱਲ ਤੋਂ ਨਾਰਾਜ਼ ਹੋ ਸਕਦੀ ਹੈ। Can we show a poor bank clerk getting rich by dubious means and wearing a Gandhi cap to hide his baldness? ਸੋ ਕਹਿੰਦਾ ਇੱਥੇ ਤਾਂ ਉਦੋਂ ਦੀ ਗੱਲ ਕਰ ਰਿਹਾ ਜਦੋਂ ਕਿ ਗਾਂਧੀ ਕੈਪ ਨੂੰ ਵੀ ਕਿਹਦੇ ਨਾਲ ਜੋੜ ਕੇ ਦੇਖਿਆ ਜਾਂਦਾ ਸੀ, ਕਾਂਗਰਸ ਪਾਰਟੀ ਦੇ ਨਾਲ। ਸੋ ਕਹਿੰਦਾ ਆਪਣੀਆਂ ਫਿਲਮਾਂ ਦੇ ਵਿੱਚ ਤਾਂ ਅਸੀਂ ਕਿਸੇ ਨੂੰ ਗਾਂਧੀ ਟੋਪੀ ਵੀ ਨਹੀਂ ਪਾ ਸਕਦੇ। ਜੇ ਕੋਈ ਅਸੀਂ ਕੋਈ ਵਿਲਨ ਬਣਾਇਆ ਤੇ ਜੇ ਅਸੀਂ ਉਹਨੂੰ ਗਾਂਧੀ ਟੋਪੀ ਵੀ ਪਾ ਦੇਵਾਂਗੇ ਤਾਂ ਕੀ ਸਾਡੇ ਤੇ ਕੀ ਇਤਰਾਜ਼ ਹੋਊਗਾ ਪੋਲੀਟੀਕਲ ਪਾਰਟੀ ਨੂੰ, ਕਾਂਗਰਸ ਨੂੰ, ਕਿਉਂਕਿ ਉਹ ਉਸ ਵੇਲੇ ਸੱਤਾਧਾਰੀ ਸੀ, ਰੂਲਿੰਗ ਪਾਰਟੀ ਸੀ। ਤਾਂ ਕੀ ਪ੍ਰੋਬਲਮ ਹੋ ਜਾਊਗੀ ਕਿ ਤੁਸੀਂ ਜਾਣ ਬੁੱਝ ਕੇ ਇੱਕ ਭ੍ਰਸ਼ਟ ਵਿਅਕਤੀ ਨੂੰ ਇੱਕ ਕਾਂਗਰਸ ਦੇ ਨਾਲ ਜੋੜਿਆ ਹੈਗਾ, ਉਹਨੂੰ ਇੱਕ ਕਾਂਗਰਸਮੈਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਕੀ ਕਹਿੰਦਾ ਕਿ ਸਾਨੂੰ ਇੰਨੀ ਤਰ੍ਹਾਂ ਦੇ ਨਾਲ ਬਹੁਤ ਸੰਭਲ ਕੇ ਚੱਲਣਾ ਪੈਂਦਾ, ਜਿਹਦੇ ਨਾਲ ਕਿ ਜਿਹੜਾ ਇੱਕ ਫਿਲਮ ਮੇਕਰ ਹੈ ਉਹਦੀ ਜਿਹੜੀ ਆਜ਼ਾਦੀ ਹੈ ਉਹ ਕਾਫੀ ਹੱਦ ਤੱਕ ਕੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸੋ ਨੈਕਸਟ ਹੁਣ ਦੇਖੋ, ਹਾਂਜੀ, ਆਈ ਹੋਪ ਦਿਸ ਇਜ਼ ਕਲੀਅਰ। ਸੋ ਕਹਿੰਦਾ ਇੱਥੇ ਅਸੀਂ ਬਹੁਤ ਸੋਚ ਸਮਝ ਕੇ ਸਾਨੂੰ ਚੱਲਣਾ ਪੈਂਦਾ ਹੈ। ਨੈਕਸਟ ਦੇਖੋ ਹੁਣ, now so I make an end here. Let me find the page all